विस्तार ਦੇ ਨਾਲ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਕੈਬਨਿਟ ਦੀ ਮੀਟਿੰਗ ਦੀ, ਜਿਸ ਦੇ ਅਹਿਮ ਫੈਸਲੇ ਸਾਹਮਣੇ ਆਏ ਨੇ। ਨਰਮਾ ਮਜ਼ਦੂਰਾਂ ਨੂੰ ਵਿੱਤੀ ਰਾਹਤ ਦੇਣ ਨੂੰ ਮਨਜ਼ੂਰੀ ਮਿਲੀ ਹੈ। ਕੁੱਲ ਮੁਆਵਜ਼ੇ ਦੇ ਵਿੱਚੋਂ 10% ਦੀ ਰਕਮ ਮਿਲੇਗੀ। ਐਸਸੀ ਸਕਾਲਰਸ਼ਿਪ ਨੂੰ ਲੈ ਕੇ ਵੀ ਵੱਡਾ ਫੈਸਲਾ ਹੋਇਆ। ਸੋ ਦੱਸ ਦਈਏ ਕਿ ਪੰਜਾਬ ਕੈਬਨਿਟ ਦੀ बैठक हुई है और इस मीटिंग ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ और ਭਲਕੇ ਸੈਸ਼ਨ ਦਾ ਦੂਸਰਾ ਦਿਨ ਹੈ। ਸੋ ਜਿਸ ਤੋਂ ਪਹਿਲਾਂ ਇਹ ਬੈਠਕ ਹੋਈ और ਦੱਸ ਦਈਏ ਕਿ ਐਸਸੀ ਸਕਾਲਰਸ਼ਿਪ ਨੂੰ ਲੈ ਕੇ ਵੀ ਵੱਡਾ ਫੈਸਲਾ ਹੋਇਆ। 2 ਕਿਸ਼ਤਾਂ ਦੇ ਵਿੱਚ ਸਰਕਾਰ ਆਪਣੇ ਹਿੱਸੇ ਦਾ ਬਕਾਇਆ ਦੇਵੇਗੀ। 2017-18 ਤੋਂ ਸਰਕਾਰ ਆਪਣਾ ਹਿੱਸਾ ਦੇਵੇਗੀ। ਸਰਕਾਰ ਦੇ ਵੱਲ 433.96 ਕਰੋੜ ਦੀ ਦੇਣਦਾਰੀ ਬਕਾਇਆ। ਸੋ ਇਹ ਅਹਿਮ ਫੈਸਲੇ ਜਿਹੜੇ ਨੇ ਉਹ ਪੰਜਾਬ ਕੈਬਨਿਟ ਦੇ ਵਿੱਚ ਕੀਤੇ ਗਏ ਨੇ। ਐਨ ਮੌਕੇ ਤੇ ਪਹਿਲਾਂ ਜਿਹੜੀ ਹੈ ਕੈਬਨਿਟ ਹੁੰਦੀ ਹੈ, ਸੋ ਉਸੇ ਦੇ ਤਰ੍ਹਾਂ ਦੇ ਨਾਲ ਇਹ ਬੈਠਕ ਹੋਈ और ਉਸ ਤੋਂ ਬਾਅਦ ਇਹ ਅਹਿਮ ਫੈਸਲੇ ਹੋਏ। ਅੱਗੇ ਵਧਾਂਗੇ, ਗੱਲ ਕਰਾਂਗੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਹੋਰਾਂ ਦੀ, ਜਿਨ੍ਹਾਂ ਨੇ ਦਾਅਵਾ ਕੀਤਾ ਕਿ ਹੁਣ ਰੋਡਵੇਜ਼ ਕਰੋੜਾਂ ਰੁਪਏ ਕਮਾ ਰਹੀ ਹੈ। ਅਕਾਲੀ ਦਲ ਅਤੇ ਕੈਪਟਨ ਸਰਕਾਰ ਦੇ 14.5 ਸਾਲ ਦੇ ਰਾਜ ਦੇ ਵਿੱਚ ਸਰਕਾਰੀ ਬੱਸਾਂ ਨੂੰ ਤਕਰੀਬਨ 5220 ਕਰੋੜ ਦਾ ਨੁਕਸਾਨ ਹੋਇਆ। ਗੈਰ ਕਾਨੂੰਨੀ ਤਰੀਕੇ ਦੇ ਨਾਲ 1 ਲੱਖ ਕਿਲੋਮੀਟਰ ਤੱਕ ਬੱਸਾਂ ਦੇ रूट ਵਧਾਏ गए। से आपको रिक्वेस्ट करना चाहता हूँ, बस में बैठे और उनको बोले कि भैया टैक्स पूरा है, अगर टैक्स है तो हमें लेके जाओ। ਬੱਸ ਵਿੱਚ ਸਵਾਰੀਆਂ ਨਾਲ ਗੱਲ ਕਰ ਰਹੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਸਵਾਰੀਆਂ ਨੂੰ ਗੈਰ ਕਾਨੂੰਨੀ ਪਰਮਿਟ ਨਾਲ ਚੱਲਣ ਵਾਲੀਆਂ ਬੱਸਾਂ ਬਾਰੇ ਜਾਗਰੂਕ ਕਰ ਰਹੇ ਨੇ। मिनिस्टर हूँ पंजाब का, तो मेरा नुकसान हो रहा है। ਗੈਰ ਕਾਨੂੰਨੀ ਪਰਮਿਟ ਨਾਲ ਚੱਲਣ ਵਾਲੀਆਂ ਬੱਸਾਂ ਦੇ ਖਿਲਾਫ ਆਪ ਸੜਕ ਤੇ ਉਤਰੇ ਨੇ। ਇੱਕ ਬੱਸ ਦੇ ਪਰਮਿਟ ਨੂੰ ਚੈੱਕ ਕੀਤਾ ਜਾ ਰਿਹਾ ਹੈ। ਟਰਾਂਸਪੋਰਟ ਮੰਤਰੀ ਦਾ ਦਾਅਵਾ ਹੈ ਕਿ ਅਕਾਲੀ ਦਲ ਅਤੇ ਕੈਪਟਨ ਸਰਕਾਰ ਦੇ 14.5 ਸਾਲਾਂ ਦੇ ਰਾਜ ਵਿੱਚ ਦੋਵਾਂ ਦੀ ਮਿਲੀ ਭੁਗਤ ਨਾਲ ਸੂਬੇ ਦੇ ਖਜ਼ਾਨੇ ਨੂੰ 520 ਕਰੋੜ ਦਾ ਨੁਕਸਾਨ ਹੋਇਆ, ਯਾਨੀ ਕਿ ਹਰ ਰੋਜ਼ 1 ਕਰੋੜ ਦਾ ਨੁਕਸਾਨ। ਤੇ ਜੇ 5220 ਦਿਨਾਂ ਚ 1 ਕਰੋੜ ਰੁਪਇਆ ਰੋਜ਼ਾਨਾ ਆਉਂਦਾ, ਜਿਹੜਾ ਕਿ ਤੁਹਾਨੂੰ ਕਰਕੇ ਦਿਖਾਇਆ ਹੈ, ਔਨ ਪ੍ਰੈਕਟੀਕਲ ਔਨ ਗਰਾਊਂਡ ਕਰਕੇ ਦਿਖਾਇਆ ਹੈ, ਇਹ 5200 ਕਰੋੜ ਰੁਪਏ ਦਾ ਰੈਵਨਿਊ ਲਾਸ ਪੀਆਰਟੀਸੀ ਤੇ ਪਨਬਸ ਨੂੰ ਹੋਇਆ ਹੈ। ਟਰਾਂਸਪੋਰਟ ਮੰਤਰੀ ਨੇ ਦਾਅਵਾ ਕੀਤਾ ਕਿ ਹਾਈ ਕੋਰਟ ਦੇ ਜੱਜ ਸੂਰੇਕਾਂਤ ਨੇ ਬੱਸਾਂ ਦੇ ਮਲਟੀਪਲ ਇਲੀਗਲ ਐਕਸਟੈਂਸ਼ਨ ਨੂੰ ਲੈ ਕੇ ਵੀ ਗੰਭੀਰ ਸਵਾਲ ਚੁੱਕੇ ਸਨ, ਪਰ ਇਸ ਦੇ ਬਾਵਜੂਦ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੇ ਨਾਲ ਕੰਪਰੋਮਾਈਜ਼ ਫਾਰਮੂਲੇ ਦੇ ਤਹਿਤ ਕੰਮ ਕਰਦੇ ਰਹੇ ਅਤੇ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ। ਮਲਟੀਪਲ ਇਲੀਗਲ ਐਕਸਟੈਂਸ਼ਨ ਜਿਹੜੀਆਂ ਹੈਗੀਆਂ ਇਹ ਇਮੀਡੀਏਟਲੀ ਰੱਦ ਹੋਣੀਆਂ ਚਾਹੀਦੀਆਂ ਨੇ, ਜਿਹੜਾ ਵਾਰ-ਵਾਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਉੱਠਿਆ ਤੇ ਕਈ ਵਾਰੀ ਸਾਡੇ ਕੰਪਰੋਮਾਈਜ਼ ਚੀਫ ਮਿਨਿਸਟਰ ਨੇ ਫਲੋਰ ਆਫ ਦੀ ਹਾਊਸ ਵੀ ਕਿਹਾ ਕਿ ਇਹ 15 ਦਿਨਾਂ ਦੇ ਵਿੱਚ ਜੋ ਜਸਟਿਸ ਸੂਰਿਆਕਾਂਤ ਦਾ ਹੁਕਮ ਹੈ ਆਨਰੇਬਲ ਹਾਈ ਕੋਰਟ ਦਾ, ਉਹਨੂੰ ਲਾਗੂ ਕਰ ਦਿੱਤਾ ਜਾਏਗਾ। ਰਾਜਾ ਵੜਿੰਗ ਨੇ ਕੈਪਟਨ ਅਤੇ ਅਕਾਲੀ ਦਲ ਨੂੰ ਪੀਆਰਟੀਸੀ ਅਤੇ ਪਨਬਸ ਵਿੱਚ ਹੋਏ ਘਾਟੇ ਲਈ ਜ਼ਿੰਮੇਦਾਰ ਦੱਸਿਆ। ਤਾਂ ਆਪ ਦਾ ਵੀ ਇਲਜ਼ਾਮ ਹੈ ਕਿ ਕੈਪਟਨ ਸਰਕਾਰ ਵਿੱਚ ਚਰਨਜੀਤ ਸਿੰਘ ਚੰਨੀ ਵੀ ਮੰਤਰੀ ਰਹੇ ਸਨ, ਉਹ ਕਿਉਂ ਨਹੀਂ ਬੋਲੇ। ਤੁਹਾਡੇ ਵੀ ਜਿਹੜੇ ਮਿਨਿਸਟਰ ਸੀ ਟਰਾਂਸਪੋਰਟ, ਇਹ ਤਾਂ ਹੈ ਨਹੀਂ ਸੀ ਵੀ 4.5 ਸਾਲ ਤੋਂ ਪੰਜਾਬ ਦੇ ਵਿੱਚ ਕਾਂਗਰਸ ਦਾ ਟਰਾਂਸਪੋਰਟ ਮੰਤਰੀ ਨਹੀਂ ਸੀ ਲੱਗਿਆ ਹੋਇਆ, ਰਜੀਆ ਸੁਲਤਾਨੀ ਮੰਤਰੀ ਸੀ। ਇਹਦਾ ਮਤਲਬ 4.5 ਸਾਲ ਤੋਂ ਪੰਜਾਬ ਨੂੰ ਲਾਸ ਪਾਉਣ ਚ, ਟਰਾਂਸਪੋਰਟ ਮਾਫੀਆ ਚਲਾਉਣ ਚ ਤੁਹਾਡੇ ਮੰਤਰੀ ਦਾ ਯੋਗਦਾਨ ਸੀ। ਟਰਾਂਸਪੋਰਟ ਮੰਤਰੀ ਨੇ ਦਾਅਵਾ ਕੀਤਾ ਹੈ ਕਿ 680 ਉਹਨਾਂ ਬੱਸਾਂ ਦੇ ਪਰਮਿਟ ਰੱਦ ਕੀਤੇ ਗਏ ਹਨ ਜਿਨ੍ਹਾਂ ਦੇ ਇਲੀਗਲ ਐਕਸਟੈਂਸ਼ਨ ਸੀ। ਉਧਰ ਅਕਾਲੀ ਦਲ ਵੜਿੰਗ ਦੀ ਇਸ ਕਾਰਵਾਈ ਨੂੰ ਬਾਰ-ਬਾਰ ਬਦਲੇ ਦੀ ਭਾਵਨਾ ਦੱਸ ਰਿਹਾ ਹੈ। ਚੰਡੀਗੜ੍ਹ ਤੋਂ ਨਪਿੰਦਰ ਸਿੰਘ ਬਰਾੜਾ ਤੇ ਪੰਕਜ ਕਪਾਹੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਤੇ ਹੁਣ ਗੱਲ ਕਰਾਂਗੇ ਕਿਸਾਨਾਂ ਦੀ। ਡੀਏਪੀ ਖਾਦ ਦੀ ਸਪਲਾਈ ਨਾਲ ਕਿਸਾਨਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ। ਕਣਕ ਦੀ ਫਸਲ ਬੀਜਣ ਦਾ ਸਮਾਂ ਨੇੜੇ ਆ ਗਿਆ, ਪਰ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ। ਉਧਰ ਸਰਕਾਰ ਨੇ ਡੀਏਪੀ ਦੀ ਕਾਲਾ ਬਾਜ਼ਾਰੀ ਕਰਨ ਵਾਲਿਆਂ ਦੇ ਖਿਲਾਫ FIR ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਨਾਲ ਕੇਂਦਰ ਦੇ ਨਾਲ ਤਾਲਮੇਲ ਨੂੰ ਲੈ ਕੇ ਵੱਡਾ ਫੈਸਲਾ ਲਿਆ।
ਮੁਕਤਸਰ ਸਾਹਿਬ ਦੇ ਵਿੱਚ ਇਹ ਲਾਈਨਾਂ ਸਵੇਰੇ 5 ਵਜੇ ਤੋਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਲੰਬੀਆਂ ਲਾਈਨਾਂ ਦੇ ਵਿੱਚ ਖੜੇ ਕਿਸਾਨ ਡੀਏਪੀ ਖਾਦ ਨੂੰ ਲੈ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਦਿਖਾਈ ਦਿੰਦੇ ਨੇ। ਪਰ ਸ਼ਾਮ ਹੁੰਦੇ ਕੁਝ ਹੀ ਖੁਸ਼ਨਸੀਬ ਕਿਸਾਨਾਂ ਦੇ ਹੱਥ ਡੀਏਪੀ ਖਾਦ ਦੀਆਂ ਬੋਰੀਆਂ ਆਉਂਦੀਆਂ ਨੇ। ਕਈ ਕਿਸਾਨ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾਈਨਾਂ ਦੇ ਵਿੱਚ ਲੱਗੇ ਖਾਲੀ ਹੱਥ ਪਿੰਡਾਂ ਨੂੰ ਮੁੜਦੇ ਨੇ। ਜਦੋਂ ਪਿੰਡਾਂ ਦੇ ਵਿੱਚ ਡੀਏਪੀ ਖਾਦ ਨਹੀਂ ਮਿਲਦੀ ਤਾਂ ਕਿਸਾਨ ਸ਼ਹਿਰਾਂ ਦਾ ਰੁਖ ਕਰਦੇ ਨੇ, ਪਰ ਇੱਥੋਂ ਵੀ ਜ਼ਿਆਦਾਤਰ ਕਿਸਾਨਾਂ ਨੂੰ ਖਾਲੀ ਹੱਥ ਪਰਤਣਾ ਪੈਂਦਾ ਹੈ। ਕਿਸਾਨਾਂ ਨੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਉਹਨਾਂ ਦੇ ਵੀ ਹੱਥ ਖੜੇ ਨੇ। 4-5 ਦਿਨ ਹੋ ਗਏ, ਸਵੇਰ ਨਿਕਲਦੇ 7 ਵਜੇ 11 ਵਜੇ ਰਾਤ ਨੂੰ ਵੜਦੇ ਆ ਤੇ ਕਿਸੇ ਨੂੰ ਕੋਈ 2 ਗੱਟੇ ਮਿਲਦੇ, ਕਿਸੇ ਨੂੰ 3 ਗੱਟੇ ਮਿਲਦੇ ਆ। ਇੱਥੇ ਖੜੇ ਨੂੰ ਘੱਟੋ ਘੱਟ 3 ਘੰਟੇ ਹੋ ਗਏ ਜੀ ਖੜੇ ਨੂੰ। ਅਜੇ ਕੁਝ ਨਹੀਂ ਕਿਹਾ, ਦੁਕਾਨ ਨੂੰ ਲੋਕ ਲੱਗਿਆ ਜੀ। ਜਦੋਂ ਆਊਗਾ ਦੁਕਾਨਦਾਰ ਵੇਖੀ ਜਾਊਗੀ ਜੀ। ਕੱਲ ਆਏ ਸੀ, ਸਾਨੂੰ ਸਾਰੇ ਸ਼ਾਮ ਤੱਕ ਮਿਲ ਜੂਗੀ ਸੀ ਉਹਨੂੰ ਰੇ, ਕੱਲ ਵੀ ਨਹੀਂ ਮਿਲੀ। ਹੁਣ ਧੱਕ ਕੇ ਆ ਕੇ ਦੁਕਾਨ ਨਹੀਂ ਖੋਲੀ ਜਾਂਦੇ, ਤੀਜਾ ਦਿਨ ਹੋ ਗਿਆ ਜੀ। ਸੁਬਾਹ ਦੇ ਆਏ ਜੀ 5 ਵਜੇ ਦੇ। ਨਹੀਂ ਜੀ ਹਜੇ ਤੱਕ ਕੋਈ ਦੁਕਾਨ ਨਹੀਂ ਖੋਲੀ, ਬਸ ਲਾਰਾ ਲਾਈ ਜਾਂਦੇ ਵੀ ਆਉਂਦੀ ਆਉਂਦੀ ਹੈ। ਲਿਓਆਂ ਦੇ ਰੇ ਆਊਗੀ, ਅਸੀਂ ਤੋਂ ਵੰਡਾਂਗੇ ਫਿਰ ਦੇਵਾਂਗੇ। ਇਹ ਨਹੀਂ ਪਤਾ ਜੀ ਕਿੰਨੀ ਦੇਣਗੇ ਕਿੰਨੀ। ਨਹੀਂ ਬ੍ਰਦਰ, ਸਾਨੂੰ ਤਾਂ ਸਿਰਫ ਇੰਨਾ ਹੀ ਕਿਹਾ ਹੈਗਾ ਜੀ, ਇਹ ਸੁਸਾਇਟੀਆਂ ਦੀ ਡੀਏਪੀ ਆ ਤੇ ਉਹ ਕੱਟੀ ਗਈ ਹੈ ਤੇ ਉਹਨਾਂ ਦੇ ਵਿੱਚ ਜਾਣੀ ਹੈ ਜੀ। ਅੱਜ ਚੌਥਾ ਦਿਨ ਹੋ ਗਿਆ ਜੀ। ਚੌਥਾ ਦਿਨ ਹੋ ਗਿਆ, 3 ਦਿਨ ਹੋ ਗਏ ਖਾਲੀ ਮੁੜਦੇ ਪਏ ਹੋ। ਖਾਲੀ ਮੁੜਦੇ ਜਮਾ ਇੱਕ ਗੱਟਾ ਵੀ ਨਹੀਂ ਮਿਲਿਆ। ਮਾਨਸਾ ਦੇ ਵਿੱਚ ਵੀ ਹਾਲਾਤ ਚੰਗੇ ਨਹੀਂ। ਕਿਸਾਨ ਡੀਏਪੀ ਲੈਣ ਦੇ ਲਈ ਰੇਲਵੇ ਟਰੈਕ ਤੇ ਪਹੁੰਚ ਗਏ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਡੀਏਪੀ ਖਾਦ ਦਾ ਮਾਨਸਾ ਜ਼ਿਲ੍ਹੇ ਦੇ ਰੈਕ ਵਿੱਚੋਂ ਇੱਕ ਵੀ ਦਾਣਾ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ 16,000 ਗੱਟਾ ਬਰਨਾਲਾ ਜ਼ਿਲ੍ਹੇ ਨੂੰ ਜਾ ਰਿਹਾ ਹੈ, ਜਿਸ ਦੇ ਲਈ ਪਹਿਲਾਂ ਹੀ ਸਰਕਾਰ ਦੇ ਵੱਲੋਂ ਤੈਅ ਕੀਤਾ ਗਿਆ ਹੈ। ਪਰੇਸ਼ਾਨ ਕਰਨ ਵਾਲੀਆਂ ਸਰਕਾਰਾਂ ਸਰਕਾਰ ਨੇ ਡੀਏਪੀ ਦਾ ਇੰਤਜ਼ਾਮ ਨਹੀਂ ਕਰਕੇ, ਇਸ ਕਰਕੇ ਸਰਕਾਰ ਅੱਜ ਇਕੱਠੇ ਹੋਏ ਨੇ ਕਿ ਉਹਨਾਂ ਨੂੰ ਵੱਧ ਤੋਂ ਵੱਧ ਜ਼ਿਲ੍ਹੇ ਦੇ ਵਿੱਚ ਡੀਏਪੀ ਜਾਣੀ ਚਾਹੀਦੀ ਹੈ। ਡੀਏਪੀ ਹੈਗੀ ਇਹਨਾਂ ਦੀ ਚੋਰ ਬਾਜ਼ਾਰੀ ਜ਼ੋਰ ਹੱਤੀ ਹੈ। 2-2 ਹਜ਼ਾਰ ਦੀ ਗੱਟ ਇਹਨਾਂ ਨੂੰ ਕਿਸਾਨਾਂ ਨੂੰ ਡੀਏਪੀ ਦਾ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨੇ ਡੀਏਪੀ ਖਾਦ ਦੀ ਕਮੀ ਨੂੰ ਲੈ ਕੇ ਕਾਲਾਬਾਜ਼ਾਰੀ ਨੂੰ ਜ਼ਿੰਮੇਵਾਰ ਦੱਸਦੇ ਹੋਏ ਅਧਿਕਾਰੀਆਂ ਨੂੰ FIR ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਦੇ ਨਾਲ ਹੀ ਕਾਕਾ ਰਣਦੀਪ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੋਲੋਂ 42 ਰੈਕ ਮੰਗੇ ਗਏ ਨੇ। 35 ਰੈਕ 3 ਨਵੰਬਰ ਤੱਕ ਪੰਜਾਬ ਪਹੁੰਚ ਜਾਣਗੇ। ਹੁਣ ਤੱਕ 9 ਰੈਕ ਪਹੁੰਚ ਚੁੱਕੇ ਨੇ। ਇਸ ਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਕੇਂਦਰ ਦੇ ਨਾਲ ਬਿਹਤਰ ਤਾਲਮੇਲ ਬਣਾਉਣ ਦੇ ਲਈ ਖੇਤੀਬਾੜੀ ਮਹਿਕਮੇ ਦੀ ਇੱਕ ਟੀਮ ਦਿੱਲੀ ਵਿੱਚ ਰਹੇਗੀ। ਆਫਿਸਰਸ ਨੂੰ ਅਸੀਂ ਸਖਤ ਕਾਰਵਾਈ ਕਰਨ, ਕਈ ਥਾਂ ਤੇ ਹੋਈਆਂ ਵੀ ਹਨਗੀਆਂ, ਕਈ ਤੇ ਕੇਸ ਵੀ ਰਜਿਸਟਰ ਕੀਤੇ ਗਏ, ਕਈ ਥਾਂ ਤੇ ਸਮਗਲਿੰਗ ਵੀ ਸਟੇਟ 'ਚ ਹੋ ਰਹੀ ਹੈ, ਉਹਨਾਂ ਤੇ ਵੀ ਕਾਰਵਾਈਆਂ ਕੀਤੀਆਂ ਗਈਆਂ। ਡੀਏਪੀ ਖਾਦ ਦੀ ਕਮੀ ਦੇ ਪਿੱਛੇ ਕੌਮਾਂਤਰੀ ਬਾਜ਼ਾਰ ਦੇ ਵਿੱਚ ਵਧੀ ਕੀਮਤ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇੱਕ ਹੋਰ ਕੁਆਲਿਟੀ ਨੂੰ ਲੈ ਕੇ ਵੀ ਖਾਦ ਦੀ ਮਾਰਾਮਾਰੀ ਵੇਖੀ ਜਾ ਰਹੀ ਹੈ। ਪਰ ਇਸ ਸਭ ਦੇ ਵਿਚਾਲੇ ਕਿਸਾਨਾਂ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ, ਕਿਉਂਕਿ 15 ਨਵੰਬਰ ਤੱਕ ਕਿਸਾਨਾਂ ਦੀ ਕੋਸ਼ਿਸ਼ ਹੈ ਕਿ ਕਣਕ ਦੀ ਬਿਜਾਈ ਕੀਤੀ ਜਾਵੇ, ਪਰ ਸਰਕਾਰ 3 ਨਵੰਬਰ ਤੱਕ 70% ਡੀਏਪੀ ਖਾਦ ਦੀ ਕਮੀ ਨੂੰ ਪੂਰਾ ਕਰ ਸਕੇਗੀ। ਅਜਿਹੇ ਵਿੱਚ ਕਣਕ ਦੀ ਬਿਜਾਈ ਵਿੱਚ ਦੇਰੀ ਹੋਣ ਦੇ ਨਾਲ ਝਾੜ ਤੇ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਮੁਕਤਸਰ ਤੋਂ ਅਸ਼ਫਾਕ ਟੋਡੀ ਦੇ ਨਾਲ ਮਾਨਸਾ ਤੋਂ ਬਲਦੇਵ ਸ਼ਰਮਾ, ਨਿਊਜ਼ 18।